ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਪੰਜਾਬੀ ਦੀ ਔਨਲਾਈਨ ਜਮਾਤ ਵਿੱਚ ਆਪ ਸਾਰਿਆਂ ਦਾ ਬਹੁਤ ਸਵਾਗਤ ਹੈ। ਬੱਚਿਓ, ਅੱਜ ਅਸੀਂ ਜਿਹੜਾ ਪਾਠ ਪੜ੍ਹਨ ਜਾ ਰਹੇ ਹਾਂ ਉਸ ਦਾ ਨਾਂ ਹੈ ਮਦਰ ਟੈਰੇਸਾ। ਮਦਰ ਟੈਰੇਸਾ ਇੱਕ ਜੀਵਨੀ ਹੈ। ਜੀਵਨੀ ਦਾ ਅਰਥ ਹੈ ਕਿ ਉਹਨਾਂ ਦੇ ਜੀਵਨ ਬਾਰੇ ਦੱਸਿਆ ਗਿਆ ਹੈ ਕਿ ਉਹਨਾਂ ਨੇ ਆਪਣਾ ਪੂਰਾ ਜੀਵਨ ਕਿਵੇਂ ਬਿਤਾਇਆ, ਕਿੱਥੇ ਜਨਮ ਹੋਇਆ, ਅਤੇ ਇਹ ਸਭ ਕੁਝ ਤੁਸੀਂ ਇਸ ਪਾਠ ਵਿੱਚ ਪੜ੍ਹੋਗੇ। ਮਦਰ ਟੈਰੇਸਾ ਦਾ ਨਾਮ ਕੌਣ ਨਹੀਂ ਜਾਣਦਾ। ਸਾਰੇ ਬੱਚਿਆਂ ਨੂੰ ਸ਼ਾਇਦ ਤੁਸੀਂ ਸੁਣਿਆ ਹੋਵੇਗਾ ਮਦਰ ਟੈਰੇਸਾ ਦਾ ਨਾਂ। ਮਦਰ ਟੈਰੇਸਾ ਪ੍ਰਸਿੱਧ ਸਮਾਜ ਸੇਵਿਕਾ ਦੇ ਰੂਪ ਵਿੱਚ ਪ੍ਰਸਿੱਧ ਹਨ। ਮਦਰ ਟੈਰੇਸਾ ਦੀ ਸਮਾਜ ਪ੍ਰਤੀ ਸੱਚੀ ਸੇਵਾ ਅਤੇ ਪ੍ਰੇਮ ਭਾਵ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਉਹਨਾਂ ਦੀਆਂ ਮਾਨਵਤਾ ਦੇ ਪ੍ਰਤੀ ਸੇਵਾਵਾਂ ਨੂੰ ਅਸੀਂ ਕਦੀ ਵੀ ਨਹੀਂ ਭੁਲਾ ਸਕਦੇ। ਨਿਰਸੁਆਰਥ ਰੂਪ ਵਿੱਚ, ਨਿਰਸੁਆਰਥ ਬਿਨਾਂ ਕਿਸੇ ਸਵਾਰਥ ਤੋਂ, ਬਿਨਾਂ ਕਿਸੇ ਮਤਲਬ ਵਿੱਚੋਂ ਮਾਨਵਤਾ ਦੀ ਸੇਵਾ ਕਰਨ ਵਾਲੇ ਇਨਸਾਨ ਜਿਹੜੇ ਹੁੰਦੇ ਹਨ ਉਹ ਮਹਾਨ ਅਖਵਾਉਂਦੇ ਹਨ, ਅਤੇ ਉਹ ਮਹਾਨ ਜਿਹੜੇ ਹਨ ਵਿਅਕਤੀ, ਉਹਨਾਂ ਵਿੱਚੋਂ ਮਦਰ ਟੈਰੇਸਾ ਉਹਨਾਂ ਵਿੱਚੋਂ ਇੱਕ ਹਨ। ਮਦਰ ਟੈਰੇਸਾ ਵਰਗੇ ਮਹਾਨ ਸਮਾਜ ਸੇਵਕ ਆਧੁਨਿਕ ਪੀੜ੍ਹੀ ਲਈ ਅਤੇ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹਨ। ਆਓ ਉਹਨਾਂ ਦੇ ਜੀਵਨ ਬਾਰੇ ਵਿਸਤਾਰ ਨਾਲ ਪੜ੍ਹੀਏ। ਇਸ ਪਾਠ ਨੂੰ ਮੈਂ ਪਿਛਲੇ ਪਾਠ ਦੀ ਤਰ੍ਹਾਂ 2 ਭਾਗਾਂ ਵਿੱਚ ਵੰਡਿਆ ਹੈ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਏ। ਸੋ ਬੱਚਿਓ, ਧਿਆਨ ਨਾਲ ਇਸ ਪਾਠ ਨੂੰ ਸੁਣਨਾ ਹੈ। ਸੰਸਾਰ ਵਿੱਚ ਸਭ ਤੋਂ ਉੱਤਮ ਧਰਮ ਮਨੁੱਖਤਾ ਹੈ। ਸੰਸਾਰ ਕੀ ਹੈ? ਦੁਨੀਆ। ਉੱਤਮ, ਸ੍ਰੇਸ਼ਠ, ਸਭ ਤੋਂ ਅੱਛਾ, ਬੈਸਟ। ਉੱਤਮ ਧਰਮ ਕੀ ਹੈ? ਮਨੁੱਖਤਾ। ਮਨੁੱਖਤਾ ਦਾ ਅਰਥ ਹੈ ਮਾਨਵਤਾ ਦੀ ਸੇਵਾ ਕਰਨਾ। ਜੋ ਵਿਅਕਤੀ ਮਨੁੱਖਤਾ ਪ੍ਰਤੀ ਦਿਲ ਵਿੱਚ ਪ੍ਰੇਮ ਭਾਵ ਰੱਖਦਾ ਹੈ, ਜਿਹੜਾ ਮਨੁੱਖ ਆਪਣੇ ਜੋ ਗਰੀਬ ਹਨ, ਅਨਾਥ ਹਨ ਜਾਂ ਬੇਸਹਾਰਾ ਹਨ, ਜਿਹਨੂੰ ਤੁਸੀਂ ਮਨੁੱਖਤਾ ਵੱਲੋਂ ਆਪਣੇ ਦਿਲੋਂ ਸੱਚੀ ਉਹਨਾਂ ਬਾਰੇ ਪ੍ਰੇਮ ਭਾਵ ਰੱਖਦਾ ਹੈ ਸੱਚਾ, ਤਾਂ ਉਹ ਕੀ ਹੁੰਦਾ ਹੈ? ਇੱਕ ਸੱਚਾ ਸਮਾਜ ਸੇਵਕ ਹੁੰਦਾ ਹੈ। ਉਹ ਸਿਰਫ ਰੱਬ ਦਾ ਪ੍ਰੇਮੀ ਹੀ ਹੋ ਸਕਦਾ ਹੈ। ਜਿਹੜਾ ਰੱਬ ਨੂੰ ਪਿਆਰ ਕਰੇਗਾ ਨਾ, ਉਹ ਗਰੀਬਾਂ ਨੂੰ, ਸਭ ਨੂੰ ਪਿਆਰ ਕਰੇਗਾ। ਜੇ ਤੁਸੀਂ ਰੱਬ ਨੂੰ ਮਿਲਣਾ ਹੋਵੇ ਤਾਂ ਤੁਸੀਂ ਕਿਸੇ ਵੀ ਗਰੀਬ ਦੀ ਸਹਾਇਤਾ ਕਰੋ, ਜ਼ਰੂਰਤਮੰਦ ਦੀ ਸਹਾਇਤਾ ਕਰੋ, ਤੁਹਾਨੂੰ ਬਹੁਤ ਚੰਗਾ ਲੱਗੇਗਾ ਅਤੇ ਤੁਹਾਨੂੰ ਮਹਿਸੂਸ ਹੋਵੇਗਾ ਕਿ ਰੱਬ ਸਾਡੇ ਨੇੜੇ ਤੇੜੇ ਹੀ ਹੈ। ਕਿਉਂਕਿ ਪਰਮਾਤਮਾ ਨੂੰ ਮਿਲਣ ਦੀ ਪਹਿਲੀ ਪੌੜੀ ਪ੍ਰੇਮ ਹੀ ਹੈ। ਜੇ ਤੁਸੀਂ ਪਰਮਾਤਮਾ ਨੂੰ ਮਿਲਣਾ ਹੋਵੇ ਤਾਂ ਪ੍ਰੇਮ ਕਰੋਗੇ ਪਰਮਾਤਮਾ ਨਾਲ, ਤਾਂ ਹੀ ਮਿਲੇਗਾ। ਅਤੇ ਇਸੇ ਤਰ੍ਹਾਂ ਜੇ ਤੁਸੀਂ ਮਾਨਵਤਾ ਨਾਲ ਪਿਆਰ ਕਰੋਗੇ ਤਾਂ ਤੁਹਾਨੂੰ ਹਰ ਜਿਹੜੀ ਚੀਜ਼ ਹੈ ਇੱਥੋਂ ਹੀ ਮਿਲ ਜਾਏਗੀ। ਸੰਸਾਰ ਦੇ ਉਧਾਰ ਲਈ, ਦੁਨੀਆ ਉਧਾਰ ਲਈ ਤਾਰਨ ਵਾਸਤੇ, ਕਿ ਜਦੋਂ ਵੀ ਪਾਪ ਦਾ ਬੋਲਬਾਲਾ ਹੁੰਦਾ ਹੈ ਤਾਂ ਕੋਈ ਦੇਵੀ ਦੇਵਤਾ, ਪੀਰ ਪੈਗੰਬਰ ਜਨਮ ਲੈ ਕੇ ਉਸ ਪਾਪ ਦਾ ਖਾਤਮਾ ਕਰਦਾ ਹੈ, ਉਸਨੂੰ ਖਤਮ ਕਰ ਦਿੰਦਾ ਹੈ। ਸੰਸਾਰ ਦੇ ਉਧਾਰ ਲਈ ਜਿੱਥੇ ਸਮੇਂ-ਸਮੇਂ 'ਤੇ ਗੁਰੂਆਂ, ਪੀਰਾਂ ਅਤੇ ਪੈਗੰਬਰਾਂ ਨੇ ਜਨਮ ਲਿਆ, ਉੱਥੇ ਇਸੀ ਧਰਤੀ 'ਤੇ ਕੀ ਹੈ? ਇਸੀ ਧਰਤੀ 'ਤੇ ਕਈ ਅਜਿਹੀਆਂ ਹਸਤੀਆਂ ਕੀ ਨੇ? ਸ਼ਖਸੀਅਤਾਂ, ਪਰਸਨੈਲਿਟੀਜ਼, ਇਹੋ ਜਿਹੀਆਂ ਹਸਤੀਆਂ ਨੇ ਜਨਮ ਲਿਆ ਜਿਨ੍ਹਾਂ ਨੇ ਪਰਉਪਕਾਰ ਦੂਜਿਆਂ ਦੀ ਭਲਾਈ ਕਰਨਾ, ਪਰਉਪਕਾਰ ਨੂੰ ਹੀ ਆਪਣੀ ਜ਼ਿੰਦਗੀ ਦਾ ਮੁੱਖ ਮਕਸਦ ਮੰਨਿਆ। ਮਕਸਦ ਦਾ ਅਰਥ ਹੈ ਉਦੇਸ਼। ਉਹਨਾਂ ਦਾ ਮੁੱਖ ਉਦੇਸ਼ ਜ਼ਿੰਦਗੀ ਦਾ ਕੀ ਹੈ? ਕਿ ਦੂਜਿਆਂ ਦੀ ਸੇਵਾ ਕਰਨੀ ਹੈ, ਪਰਉਪਕਾਰ ਕਰਨਾ ਹੈ, ਦੂਜਿਆਂ ਦਾ ਭਲਾ ਕਰਨਾ ਹੈ। ਅਜਿਹੀਆਂ ਹਸਤੀਆਂ ਨੇ ਆਪਣਾ ਪੂਰਾ ਜੀਵਨ ਜ਼ਰੂਰਤਮੰਦਾਂ ਦਾ ਅਰਥ ਹੈ ਲੋੜਵੰਦ, ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਲੋੜ ਹੋਵੇ, ਜ਼ਰੂਰਤ ਹੋਵੇ, ਜਿਹਨੂੰ ਤੁਸੀਂ ਨੀਡੀ ਪੀਪਲ ਕਹਿ ਸਕਦੇ ਹੋ, ਜ਼ਰੂਰਤਮੰਦਾਂ ਦੀ ਮਦਦ ਲਈ ਲਾ ਦਿੱਤਾ। ਆਪਣਾ ਸਾਰਾ ਜੀਵਨ ਉਹਨਾਂ ਨੇ ਲੋੜਵੰਦਾਂ ਦੀ ਮਦਦ ਵਾਸਤੇ ਲਾ ਦਿੱਤਾ। ਮਦਰ ਟੈਰੇਸਾ ਉਹਨਾਂ ਹਸਤੀਆਂ ਵਿੱਚੋਂ ਇੱਕ ਹੈ। ਮਦਰ ਟੈਰੇਸਾ ਉਹਨਾਂ ਵਿੱਚੋਂ ਇੱਕ ਹਨ। ਉਹ ਮਾਨਵਤਾ ਦੀ ਇੱਕ ਜਿਉਂਦੀ ਜਾਗਦੀ ਤਸਵੀਰ ਸੀ। ਉਸਨੇ ਜਿਉਂਦੀ ਜਾਗਦੀ ਦਾ ਅਰਥ ਹੈ ਕਿ ਉਹਨਾਂ ਦੇ, ਜੇ ਰੱਬ ਨੂੰ ਦੇ ਦਰਸ਼ਨ ਕਰਨੇ ਹੋਣ ਤਾਂ ਉਹਨਾਂ ਦੇ ਦਰਸ਼ਨ ਕਰ ਲਓ, ਕਿਉਂਕਿ ਉਹ ਰੱਬ ਦੀ ਇੱਕ ਮੂਰਤ ਸਨ। ਮਮਤਾ ਦੀ ਮੂਰਤ ਵੀ ਉਹਨਾਂ ਨੂੰ ਕਿਹਾ ਜਾਂਦਾ ਹੈ, ਕਿਉਂਕਿ ਉਹਨਾਂ ਨੇ ਸਾਰੀ ਦੁਨੀਆ 'ਤੇ ਆਪਣਾ ਪਿਆਰ ਲੁਟਾਇਆ ਅਤੇ ਉਹਨਾਂ ਦੀ ਸੱਚੇ ਦਿਲੋਂ ਸੇਵਾ ਕੀਤੀ। ਮਦਰ ਟੈਰੇਸਾ ਉਹਨਾਂ ਹਸਤੀਆਂ ਵਿੱਚੋਂ ਇੱਕ ਹੈ। ਉਹ ਮਾਨਵਤਾ ਦੀ ਇੱਕ ਜਿਉਂਦੀ ਜਾਗਦੀ ਤਸਵੀਰ ਹੈ ਅਤੇ ਉਹਨਾਂ ਨੇ ਸੰਸਾਰ ਦੇ ਵੱਖ-ਵੱਖ ਦੇਸ਼ਾਂ ਵਿੱਚ, ਵੱਖ-ਵੱਖ ਮਤਲਬ ਅਲੱਗ-ਅਲੱਗ,
ਡਿਫਰੈਂਟ ਸਾਰੇ ਦੇਸ਼ਾਂ ਵਿੱਚ ਪੁੱਜ ਕੇ, ਵੱਖ-ਵੱਖ ਦੇਸ਼ਾਂ ਵਿੱਚ ਪੁੱਜ ਕੇ ਮਤਲਬ ਜਾ ਕੇ ਮਾਨਵਤਾ ਦੀ ਸੱਚੀ ਸੇਵਾ ਕੀਤੀ। ਉਸਨੇ ਅਨਾਥ ਕੌਣ ਹੁੰਦਾ ਹੈ? ਅਨਾਥ ਯਤੀਮ ਜਿਸ ਦੇ ਮਾਂ-ਬਾਪ ਮਰ ਚੁੱਕੇ ਹੋਣ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਅਨਾਥ ਕਿਹਾ ਜਾਂਦਾ ਹੈ। ਅਪਾਹਜ ਕੌਣ ਹੁੰਦੇ ਹਨ? ਜਿਨ੍ਹਾਂ ਦੇ ਕੋਈ ਨਾ ਕੋਈ ਅੰਗ ਜਿਹੜਾ ਹੁੰਦਾ ਉਹ ਕੰਮ ਨਹੀਂ ਕਰਦਾ ਜਾਂ ਨਹੀਂ ਹੁੰਦਾ। ਅਪਾਹਜਾਂ ਅਤੇ ਬੇਸਹਾਰਿਆਂ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ, ਕੋਈ ਪਰਿਵਾਰ ਨਹੀਂ ਹੁੰਦਾ, ਕੋਈ ਮਾਂ ਨਹੀਂ, ਬਾਪ ਨਹੀਂ, ਕੋਈ ਭੈਣ ਨਹੀਂ, ਭਰਾ ਨਹੀਂ, ਬੇਸਹਾਰਾ ਨੂੰ ਕੋਈ ਵੀ ਕਿਸੇ ਦਾ ਸਹਾਰਾ ਨਹੀਂ ਹੈ, ਉਹਨਾਂ ਨੂੰ ਮਾਂ ਵਰਗੀ ਮਮਤਾ ਦੇਣ ਲਈ ਮਦਰ ਹਾਊਸ ਬਣਾਏ, ਮਾਂ ਵਰਗਾ ਪਿਆਰ ਦੇਣ ਲਈ ਕੀ ਬਣਾਏ? ਮਦਰ ਹਾਊਸ ਬਣਾਏ। ਉਹਨਾਂ ਨੂੰ ਜੀਵਨ ਜਾਂਚ ਸਿਖਾਈ। ਜੀਵਨ ਜਾਂਚ ਕੀ ਸਿਖਾਈ? ਕਿ ਆਪਣੇ ਜੀਵਨ ਨੂੰ, ਲਾਈਫ ਨੂੰ ਤੁਸੀਂ ਕਿਵੇਂ ਗੁਜ਼ਾਰਨਾ ਹੈ, ਆਪਣੇ ਆਪ ਨੂੰ ਚੰਗਾ ਬਣਾ ਕੇ ਕਿ ਕਿਵੇਂ ਵਿਚਰਨਾ ਹੈ ਸਮਾਜ ਵਿੱਚ, ਇਹ ਸਭ ਚੀਜ਼ਾਂ ਉਹਨਾਂ ਨੇ ਸਿਖਾਈਆਂ। ਅਤੇ ਜੀਵਨ ਜਾਂਚ ਦੇ ਨਾਲ ਉਹਨਾਂ ਨੇ ਹੋਰ ਕੀ ਸਿਖਾਇਆ? ਆਤਮ ਨਿਰਭਰ ਹੋਣ ਦੀ ਸਿੱਖਿਆ ਵੀ ਦਿੱਤੀ। ਆਤਮ ਨਿਰਭਰ ਕੀ ਹੈ? ਆਪਣੇ ਆਪ 'ਤੇ, ਆਪਣੇ ਪੈਰਾਂ 'ਤੇ ਖੜ੍ਹਾ ਹੋਣਾ, ਆਪਣਾ ਖੁਦ ਕਮਾਈ ਆਪ ਕਰਨਾ ਆਪਣੇ ਵਾਸਤੇ, ਦੂਜਿਆਂ ਵਾਸਤੇ ਇਹ ਨਹੀਂ ਕਿ ਦੂਜਿਆਂ 'ਤੇ ਨਿਰਭਰ ਰਹਿਣਾ ਕਿ ਮੈਨੂੰ ਕਿੱਥੋਂ ਪੈਸੇ ਮਿਲ ਜਾਣਗੇ, ਨਹੀਂ। ਆਤਮ ਨਿਰਭਰ, ਆਪਣਾ ਕੰਮ ਆਪ ਕਰਕੇ ਆਪਣੇ ਪੈਰਾਂ 'ਤੇ ਖੜ੍ਹੇ ਹੋਣਾ ਅਤੇ ਕੁਛ ਕਮਾਉਣਾ। ਸੋ ਮਦਰ ਟੈਰੇਸਾ ਦਾ ਜੀਵਨ ਜਿਹੜਾ ਸੀ ਉਹ ਬੜਾ ਹੀ ਨਿਰਾਲਾ ਸੀ। ਉਹਨਾਂ ਨੇ ਸਾਰੀ ਜ਼ਿੰਦਗੀ ਦੂਜਿਆਂ ਦੀ ਸੇਵਾ ਕਰਨ ਵਿੱਚ ਬਿਤਾ ਦਿੱਤੀ। ਮਦਰ ਟੈਰੇਸਾ ਦਾ ਜਨਮ 27 ਅਗਸਤ 1910 ਈਸਵੀ ਨੂੰ ਯੂਗੋਸਲਾਵੀਆ ਵਿਖੇ ਹੋਇਆ। ਯੂਗੋਸਲਾਵੀਆ ਨਾਮ ਹੈ ਦੇਸ਼ ਦਾ, ਯੂਗੋਸਲਾਵੀਆ ਵਿੱਚ ਹੋਇਆ ਸੀ। ਉਹਨਾਂ ਦੇ ਮਾਤਾ ਪਿਤਾ ਅਲਬਾਨੀਅਮ ਕੀ ਹੈ? ਜਾਤੀ ਦੀ, ਇੱਕ ਜਾਤੀ ਨਾਲ ਸੰਬੰਧ ਰੱਖਦੇ ਸਨ। ਅਲਬਾਨੀਅਮ ਕੀ ਹੈ? ਜਾਤੀ ਹੈ, ਜਿਵੇਂ ਬ੍ਰਾਹਮਣ, ਸ਼ੂਦ, ਵੈਸ਼, ਖੱਤਰੀ, ਇਹ ਸਭ ਕੀ ਨੇ? ਜਾਤਾਂ ਨੇ। ਬ੍ਰਾਹਮਣ ਤਾਂ ਇਸੀ ਤਰ੍ਹਾਂ ਅਲਬਾਨੀਅਮ ਵੀ ਇੱਕ ਜਾਤੀ ਹੈ, ਉਸ ਨਾਲ ਉਸਦੇ ਮਾਤਾ ਪਿਤਾ ਸੰਬੰਧ ਰੱਖਦੇ ਸਨ। ਬਾਲਪਨ ਕੀ ਹੈ? ਬਚਪਨ ਦੀ ਅਵਸਥਾ, ਚਾਈਲਡਹੁੱਡ ਜਿਹਨੂੰ ਕਹਿ ਸਕਦੇ ਹੋ, ਬਾਲਪਨ ਤੋਂ ਹੀ ਉਹਨਾਂ ਦਾ ਮਨ ਕੋਮਲ ਸੀ। ਕੋਮਲ, ਵੈਰੀ ਹਾਰਡ, ਬੜਾ ਟੈਂਡਰ ਸੀ। ਦੂਜਿਆਂ ਨੂੰ ਰੋਂਦਾ ਦੇਖ ਕੇ ਮਨ ਪਿਘਲ ਜਾਣਾ। ਜਿਹਨੂੰ ਕੋਮਲ ਮਨ ਹੋਏਗਾ ਉਹੀ ਪਿਘਲੇਗਾ। ਤਾਂ ਉਹ ਦੂਜਿਆਂ ਦਾ ਮਨ ਦੇਖ ਕੇ, ਦੂਜਿਆਂ ਦਾ ਰੋਣਾ ਦੇਖ ਕੇ, ਦੂਜਿਆਂ ਦਾ ਦਰਦ ਵੇਖ ਕੇ ਉਹਨਾਂ ਦੇ ਮਨ ਨੂੰ ਵੀ ਦਰਦ ਹੁੰਦਾ ਸੀ, ਉਹ ਦਰਦ ਮਹਿਸੂਸ ਕਰਦੇ ਸਨ। ਇਸ ਕਰਕੇ ਉਹਨਾਂ ਦਾ ਮਨ, ਕਿਉਂਕਿ ਉਹਨਾਂ ਦਾ ਮਨ ਜਿਹੜਾ ਸੀ ਬੜਾ ਕੋਮਲ ਸੀ। ਹੋਰ ਕੀ ਕੰਮ ਕਰਦੇ ਸੀ ਉਹ? ਧਾਰਮਿਕ ਕੰਮਾਂ ਵਿੱਚ ਉਹਨਾਂ ਦੀ ਬਹੁਤ ਰੁਚੀ ਸੀ। ਧਾਰਮਿਕ ਕੀ ਨੇ? ਧਰਮ ਨਾਲ ਸੰਬੰਧਿਤ ਕੰਮ ਜਿਹੜੇ ਸਨ। ਲੰਗਰ ਦੀ ਸੇਵਾ ਕਰਨਾ, ਖਾਣਾ ਖਵਾਉਣਾ, ਲੋਕਾਂ ਦੀ ਸੇਵਾ ਕਰਨੀ, ਰਹਿਣ ਦਾ, ਉਹਨਾਂ ਨੂੰ ਰਹਿਣ ਸਹਿਣ ਦਾ ਪ੍ਰਬੰਧ ਕਰਨਾ। ਤਾਂ ਇਹ ਕੀ ਸੀ? ਧਾਰਮਿਕ ਉਹਨਾਂ ਦੀ ਬਹੁਤ ਜਿਹੜੀ ਸੀ ਰੁਚੀ ਦਾ ਅਰਥ ਹੈ ਲਗਨ, ਉਹਨਾਂ ਨੂੰ ਬਹੁਤ ਹੀ ਲਗਨ ਸੀ। ਗਰੀਬਾਂ ਦੀ ਮਦਦ ਕਰਨ ਲਈ, ਮਦਦ ਦਾ ਅਰਥ ਹੈ ਸਹਾਇਤਾ ਕਰਨ ਲਈ, ਗਰੀਬਾਂ ਦੀ ਮਦਦ ਕਰਨ ਲਈ ਉਹ ਹਮੇਸ਼ਾ ਤਤਪਰ ਰਹਿੰਦੇ ਸਨ। ਤਿਆਰ ਰਹਿੰਦੇ ਸਨ, ਆਲਵੇਜ਼ ਰੈਡੀ, ਹਮੇਸ਼ਾ ਉਹ ਤਤਪਰ ਰਹਿੰਦੇ ਸਨ। ਕਿਸੇ ਦੇ ਕੰਮ ਆਉਣ ਵਿੱਚ ਉਹਨਾਂ ਨੂੰ ਸਕੂਨ ਮਿਲਦਾ ਸੀ। ਸਕੂਨ ਕੀ ਹੈ? ਸ਼ਾਂਤੀ, ਚੈਨ, ਰਿਲੈਕਸੇਸ਼ਨ ਮਿਲਦਾ ਸੀ, ਬਹੁਤ ਸਕੂਨ, ਬਹੁਤ ਸ਼ਾਂਤੀ ਮਿਲਦੀ ਸੀ। 12 ਵਰਿਆਂ ਮਤਲਬ ਸਾਲ, 12 ਸਾਲਾਂ ਦੀ ਉਮਰ ਵਿੱਚ, ਵਰਿਆਂ ਦੀ ਉਮਰ ਵਿੱਚ ਉਹਨਾਂ ਨੂੰ ਈਸਾਈ ਮਿਸ਼ਨ ਦੀ ਜਾਣਕਾਰੀ ਮਿਲੀ। ਇਹ ਜਾਣਕਾਰੀ ਮਿਲੀ ਕਿ ਕਿਸ ਤਰ੍ਹਾਂ ਇਹ ਸੰਸਥਾ ਗਰੀਬ, ਲਾਚਾਰ ਅਤੇ ਬੇਸਹਾਰਿਆਂ ਦੀ ਮਦਦ ਕਰਦੀ ਹੈ। ਤੁਸੀਂ ਦੇਖਿਆ ਹੋਏਗਾ ਚੰਡੀਗੜ੍ਹ ਵਿੱਚ ਵੀ ਕਿੰਨੇ ਹੀ ਅਨਾਥ ਆਸ਼ਰਮ ਨੇ, ਬਿਰਧ ਆਸ਼ਰਮ ਨੇ, ਕੁਸ਼ਟ ਆਸ਼ਰਮ ਨੇ, ਕਿੰਨੇ ਹੀ ਤਰ੍ਹਾਂ ਦੇ ਜਿੱਥੇ ਬੇਸਹਾਰੇ, ਨੇਤਰਹੀਨ ਲੋਕ ਵੀ ਹੈਗੇ, ਉਹਨਾਂ ਦਾ ਵੀ ਆਸ਼ਰਮ ਬਣਿਆ ਹੋਇਆ ਹੈ, ਤਾਂ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ। ਤਾਂ ਕਿਸੇ ਨੇ ਉਹਨਾਂ ਨੂੰ ਇਹ ਕਿਹਾ ਕਿ ਤੁਹਾਡੀ ਸੰਸਥਾ ਇਹ ਕੰਮ ਕਰ ਸਕਦੀ ਹੈ, ਤਾਂ ਉਹਨਾਂ ਨੇ ਕੀ ਕੀਤਾ ਕਿ ਅਤੇ ਬੇਸਹਾਰਿਆਂ ਦੀ ਮਦਦ ਕਰਦੀ ਹੈ। ਉਹਨਾਂ ਨੇ ਆਪਣੇ ਮਨ ਵਿੱਚ ਉਸੇ ਵਕਤ, ਉਸੇ ਸਮੇਂ ਆਪਣੇ ਮਨ ਵਿੱਚ ਦ੍ਰਿੜ ਇਰਾਦਾ ਕਰ ਲਿਆ। ਦ੍ਰਿੜ ਇਰਾਦਾ, ਪੱਕਾ ਇਰਾਦਾ ਕਰ ਲੈਣਾ, ਸੋਚ ਲਿਆ ਪੱਕਾ, ਦ੍ਰਿੜ ਇਰਾਦਾ ਕਰ ਲਿਆ ਕਿ ਵੱਡੇ ਹੋ ਕੇ ਆਪਣਾ ਸਾਰਾ ਜੀਵਨ ਦੀਨ ਦੁਨੀਆ ਦੀ ਕੀ ਕਰਨਗੇ? ਦੀਨ ਦੁਨੀਆ ਦੀ ਮਦਦ ਵਿੱਚ ਬਿਤਾਵੇਗੀ। ਮਦਦ ਮਤਲਬ ਸਹਾਇਤਾ। ਉਹਨਾਂ ਨੇ ਇਹ ਇਰਾਦਾ ਕਰ ਲਿੱਤਾ, ਸੋਚ ਲਿਆ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਇਹਨਾਂ ਲੋਕਾਂ ਦੀ ਮਦਦ ਵਿੱਚ, ਸਹਾਇਤਾ ਵਿੱਚ ਬਿਤਾ ਦਿਆਂਗੀ। ਸਮੇਂ ਦੇ ਨਾਲ ਉਹਨਾਂ ਦਾ ਇਰਾਦਾ ਹੋਰ ਪੱਕਾ ਹੁੰਦਾ ਗਿਆ ਅਤੇ ਸਮੇਂ ਦੇ ਨਾਲ ਜਿਉਂ ਉਹਨਾਂ ਦੀ ਉਮਰ ਵੱਧਦੀ ਗਈ ਉਵੇਂ ਹੀ ਉਹਨਾਂ ਦਾ ਜਿਹੜਾ ਇਰਾਦਾ ਸੀ ਉਹ ਬਹੁਤ ਪੱਕਾ ਹੁੰਦਾ ਗਿਆ। ਸੋ ਬੱਚਿਓ, ਪਹਿਲਾ ਭਾਗ ਅਸੀਂ ਇੱਥੋਂ ਤੱਕ ਹੀ ਪੜ੍ਹਾਂਗੇ। ਅਗਲਾ ਜਿਹੜਾ ਪਾਠ ਦਾ ਭਾਗ ਹੈ ਉਹ ਅਗਲੀ ਜਮਾਤ ਵਿੱਚ ਪੜ੍ਹਾਂਗੇ। ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਪਾਠ ਸਮਝ ਆ ਗਿਆ ਹੋਵੇਗਾ। ਜਿਸ ਦਾ ਕੋਈ ਵੀ ਡਾਊਟ ਹੋਵੇ ਪਲੀਜ਼
WhatsApp ਤੇ ਪੁੱਛ ਸਕਦੇ ਹੋ। ਆਪਣੀ ਸ਼ੰਕਾ ਨੂੰ ਬੇਝਿਜਕ ਹੋ ਕੇ ਤੁਸੀਂ ਪੁੱਛ ਸਕਦੇ ਹੋ। ਅਤੇ ਇਸ ਦੀ ਵਰਕਸ਼ੀਟ ਜਿਹੜੀ ਹੈ ਜਦੋਂ ਪਾਠ ਪੂਰਾ ਹੋ ਜਾਏਗਾ ਤਾਂ ਹੀ ਤੁਹਾਨੂੰ ਭੇਜੀ ਜਾਏਗੀ। ਇਸ ਪਾਠ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ ਅਤੇ ਜਿੰਨੇ ਵੀ ਔਖੇ ਸ਼ਬਦ ਹਨ ਜਾਂ ਤੁਹਾਨੂੰ ਸਮਝ ਨਹੀਂ ਆਏ ਜਿਹੜੇ, ਤੁਸੀਂ ਆਪਣੀ ਕਾਪੀ ਵਿੱਚ ਲਿਖਣੇ ਹਨ, ਨੋਟ ਕਰਕੇ ਰੱਖਣੇ ਹਨ। ਧੰਨਵਾਦ ਬੱਚਿਓ।